ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਖਬਰਾਂ ਆਪ ਜੀ ਲਈ ਜਾਣਨੀਆਂ ਹੋਣ ਜ਼ਰੂਰੀ, ਉਹਨਾਂ ਦੇ ਉੱਪਰ ਆਪਾਂ ਜ਼ਰੂਰ ਗੱਲਬਾਤ ਕਰ ਲਈਏ। ਪੰਨੂ ਸਾਹਿਬ ਨਾਲ ਨੇ, ਸਭ ਪਹਿਲਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅੱਜ ਫੇਰ ਕਿਸਾਨ ਜਥੇਬੰਦੀਆਂ ਨੇ ਆਪਣੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਆ। ਅਤੇ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਇਹਦੇ 'ਚ ਪਹਿਲਾਂ ਨਾਲੋਂ ਵੀ ਸਖਤ ਐਲਾਨ ਕਰ ਦਿੱਤੇ ਆ। ਅਤੇ ਜੇ ਆਪਾਂ ਇਸ ਪੂਰੇ ਉਹਨਾਂ ਦੇ ਸ਼ਡਿਊਲ ਨੂੰ ਦੇਖੀਏ ਅਤੇ ਉਹ 26 ਜਨਵਰੀ ਤੱਕ ਚਲਿਆ ਜਾਂਦਾ। ਹੁਣ ਜੇ ਮੈਂ ਗੱਲ ਕਰਾਂ ਤਾਂ ਜੇ 2 ਜਨਵਰੀ ਆ ਅਤੇ 26 ਜਨਵਰੀ ਤੱਕ ਦੇ ਪ੍ਰੋਗਰਾਮ ਦੇ ਦਿੱਤੇ ਗਏ ਆ, ਜਦ ਕਿ ਉਹਦੇ ਵਿੱਚ ਜਿਹੜੀ ਮੀਟਿੰਗ ਆ ਉਹ 4 ਤਰੀਕ ਦੀ ਹੈ। ਇਹ 4 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਇੰਨੇ ਲੰਮੇ ਚੌੜਾ ਜਿਹੜਾ ਇਹ ਪ੍ਰੋਗਰਾਮ ਦੇਣਾ ਪਿਆ, ਇਹਦੀ ਲੋੜ ਕੀ ਦੇਖਦੇ ਹੋ? ਅਤੇ ਜੇ ਉਹਨਾਂ ਨੇ ਦੇ ਹੀ ਦਿੱਤਾ ਪ੍ਰੋਗਰਾਮ ਮੰਨ ਲਿਆ ਜਾਵੇ, ਅਤੇ ਇਸ ਪ੍ਰੋਗਰਾਮ ਦੇ ਵਿੱਚ ਕਿਹੜੀ ਐਸੀ ਖਾਸ ਚੀਜ਼ ਆ ਜਿਹੜੀ ਤੁਹਾਨੂੰ ਲੱਗਦਾ ਕਿ ਵੀ ਆਹ ਜਿਹੜੀ ਚੀਜ਼ ਉਹਨਾਂ ਨੇ ਕੀਤੀ ਹੈ, ਇਹ ਥੋੜ੍ਹੇ ਸਖਤ ਐਲਾਨ ਨੇ ਪਹਿਲਾਂ ਨਾਲੋਂ? ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਜਿਹੜਾ ਰੁਖ ਹੈ ਉਹ ਸਖਤ ਹੋਇਆ ਅੱਗੇ ਨਾਲ, ਇਹਦੇ ਬਾਰੇ ਦੱਸੋ। ਗੁਰਪ੍ਰੀਤ ਜੀ, ਜਿਹੜੀ ਪਿਛਲੀ ਮੀਟਿੰਗ ਹੋਈ ਆ, ਉਸ ਮੀਟਿੰਗ ਤੋਂ ਬਾਅਦ ਸਰਕਾਰ ਦਾ ਰਵੱਈਆ ਜਿਹੜਾ ਸੀ ਉਹ ਬਹੁਤਾ ਠੀਕ ਨਹੀਂ ਜੀ। ਪ੍ਰਧਾਨ ਮੰਤਰੀ ਸਾਹਿਬ ਅਜੇ ਤੱਕ ਆਪਣੇ 3 ਖੇਤੀ ਕਾਨੂੰਨਾਂ ਦਾ ਜਿਹੜਾ ਉਹ ਤਬਲਾ ਵਜਾਈ ਜਾ ਰਹੇ ਨੇ। ਮੇਰੇ ਕਾਨੂੰਨ ਬਹੁਤ ਵਧੀਆ, ਇਹਨਾਂ ਕਾਨੂੰਨਾਂ ਦੇ ਨਾਲ ਮੈਂ ਦੇਸ਼ ਦੇ ਕਿਸਾਨਾਂ ਦਾ ਬਹੁਤ ਭਲਾ ਕਰ ਦੇਣਾ। ਜੇ ਉਹਨਾਂ ਨੇ ਭਲਾ ਕਰ ਦੇਣਾ ਤਾਂ ਫਿਰ ਕਿਸਾਨ ਰੌਲਾ ਕਿਉਂ ਪਾਉਂਦੇ ਪਏ ਜੀ? ਸਿੱਧੀ ਜੀ ਗੱਲ ਹੈ ਕਿ ਕਿਸਾਨ ਇਹ ਸਮਝਦੇ ਆ ਕਿ ਸਾਡਾ ਭਲਾ ਨਹੀਂ, ਸਾਡੇ ਭਵਿੱਖ ਦੇ ਉੱਤੇ ਕਾਂਟਾ ਮਾਰਨ ਲੱਗਾ ਦੇਸ਼ ਦਾ ਪ੍ਰਧਾਨ ਮੰਤਰੀ ਜੀ, ਔਰ 2 ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਮਾਰਨ ਲੱਗਾ। ਉਹਦੇ 'ਚ ਫਿਰ ਜਦੋਂ 2 ਵਾਰੀ ਮੀਟਿੰਗਾਂ 'ਚ ਕੇਂਦਰ ਦਾ ਖੇਤੀ ਮੰਤਰੀ ਕਿਸਾਨਾਂ ਦੇ ਸਾਹਮਣੇ ਕਹਿ ਚੁੱਕਾ, ਪਹਿਲੀ ਮੀਟਿੰਗ 'ਚ ਆਖਿਆ ਅੱਜ ਤੁਸੀਂ ਲੜਦੇ ਆ, ਜੇ ਤੁਹਾਡੀ ਗੱਲ ਅਸੀਂ ਮੰਨ ਲਈਏ ਫਿਰ 2 ਕਾਰਪੋਰੇਟ ਘਰਾਣੇ ਲੜਨਗੇ। ਉਦੋਂ ਹੀ ਸਾਨੂੰ 'ਤੇ ਹੈਰਾਨੀ ਹੋਈ ਸੀ। ਦੂਸਰੀ ਮੀਟਿੰਗ 'ਚ ਉਹਨੇ ਸਿੱਧਾ ਨਾ ਹੀ ਲਿਆ ਤਾ, ਅੱਜ ਤੁਸੀਂ ਸਾਨੂੰ ਘੇਰ ਕੇ ਬੈਠੇ, ਜੇ ਤੁਹਾਡੀ ਗੱਲ ਅਸੀਂ ਮੰਨ ਲਈ ਤਾਂ ਫਿਰ ਅੰਬਾਨੀ ਅਤੇ ਅਡਾਨੀ ਆ ਜਾਣਗੇ। ਉਹਨਾਂ ਦੋਵਾਂ ਦੇ ਬਾਰੇ ਇਸ ਤਰ੍ਹਾਂ ਸਿੱਧਾ ਜ਼ਿਕਰ ਕਰਨਾ ਇਹ ਗੱਲ ਦੱਸਦੀ ਆ ਕਿ ਭਾਰਤ ਸਰਕਾਰ ਨੂੰ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਕੋਈ ਫਿਕਰ ਨਹੀਂ, 2 ਘਰਾਣਿਆਂ ਦਾ ਫਿਕਰ। ਉਹ 2 ਘਰਾਣੇ ਰਾਜ ਚਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਅੰਨਦਾਤਾ ਕਿੱਦਾਂ ਬਣ ਗਏ? ਹੁਣ ਤੱਕ ਤੇ ਅੰਨਦਾਤਾ ਕਿਸਾਨ ਹੁੰਦਾ ਸੀ। ਇਹ ਉਹਨਾਂ ਦੋਵਾਂ ਵਾਸਤੇ ਅੰਨਦਾਤੇ ਨੂੰ ਰੋਲਣ 'ਤੇ ਸਰਕਾਰ ਕਿਉਂ ਆ ਗਈ? ਇਹਦਾ ਕਰਕੇ ਕਿਸਾਨਾਂ ਨੂੰ ਸਖਤ ਹੋਣਾ ਪਿਆ। ਆ ਪਿਛਲੀ ਮੀਟਿੰਗ ਦੇ ਵਿੱਚ 6 ਮੁੱਦਿਆਂ ਦੇ ਵਿਚਾਰ ਹੋਈ ਹੈ ਜੀ। ਭਾਰਤ ਸਰਕਾਰ ਦੇ ਖੇਤੀ ਮੰਤਰੀ ਨੇ ਬਾਅਦ 'ਚ ਪ੍ਰੈਸ ਨੂੰ ਆਖਿਆ ਮੁੱਦੇ 4 ਸੀ, ਉਹਨਾਂ 'ਚੋਂ 2 ਅਸੀਂ ਮੰਨ ਲਏ, 2 ਦੀ ਗੱਲ ਰਹਿ ਗਈ, ਉਹ ਨਿਬੜ ਜਾਣੀ। 2 ਮੰਨੇ ਆ। ਇੱਕ ਤਾਂ ਇਹ ਕਿ ਜਿਹੜਾ ਬਿਜਲੀ ਬਾਰੇ ਕਾਨੂੰਨ ਪਾਸ ਕਰਨਾ, ਉਹ ਕਹਿਤਾ ਨਹੀਂ ਕਰਾਂਗੇ ਜੀ। ਉਹ ਕਾਨੂੰਨ ਜੇ ਪਾਸ ਹੁੰਦਾ ਤੇ ਪਾਸ ਹੋਣ ਤੋਂ ਰੋਕਿਆ, ਤੇ ਇਸ ਕਰਕੇ ਨਹੀਂ ਕਿ ਕਿਸਾਨਾਂ ਦਾ ਸੰਘਰਸ਼, ਇਸ ਕਰਕੇ ਕਿ ਜਿਹੜੇ ਰਾਜਾਂ 'ਚ ਭਾਜਪਾ ਦੀਆਂ ਆਪਣੀਆਂ ਸਰਕਾਰਾਂ, ਉਹਨਾਂ ਦੇ ਮੁੱਖ ਮੰਤਰੀ ਵੀ ਪਿੱਟੇ ਕਿ ਜਿਹੜਾ ਰਾਜ ਸਰਕਾਰਾਂ ਦਾ ਹੱਕ ਸੀ ਉਹ ਸਾਡੇ ਕੋਲ ਖੋ ਕੇ ਤੁਸੀਂ ਕੇਂਦਰ ਕੋਲ ਲੈ ਚਲੇ, ਸਾਡੇ ਕੋਲ ਰਹਿ ਜਾਓ। ਇੱਥੇ ਮੈਂ ਪੰਨੂ ਸਾਹਿਬ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੁੰਦਾ, ਇਹਦੇ 'ਤੇ ਮੈਨੂੰ ਸ਼ੱਕ ਹੈ ਕਿਉਂਕਿ ਅਜੇ ਤਾਂ ਉਹ ਕਾਨੂੰਨ ਬਣਿਆ ਨਹੀਂ, ਨਾ ਉਹ ਆਰਡੀਨੈਂਸ ਆਇਆ, ਉਹ ਜ਼ਿਕਰ ਹੈ। ਪਰ ਉਹ ਜਿੱਥੇ ਕਾਰਪੋਰੇਟ ਘਰਾਣਿਆਂ ਨੇ ਹੁਣ ਜਿਸ ਹਿਸਾਬ ਨਾਲ ਆਪਣੇ ਪੈਰ ਵਧਾਉਣੇ ਸ਼ੁਰੂ ਕਰ ਦਿੱਤੇ ਆ, ਅਤੇ ਉਸ ਤਰਤੀਬ 'ਤੇ ਤੁਰੇ ਜਾਂਦੇ 2030 ਉਹਨਾਂ ਨੂੰ ਨਜ਼ਰ ਆਉਂਦੀ ਹੈ। ਅੱਜ ਨਹੀਂ ਤੇ 2 ਸਾਲਾਂ ਬਾਅਦ ਉਹ ਕਰ ਦੇਣਗੇ। ਕੀ ਕਰ ਦੇਣਗੇ? ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਅਕਾਲੀ ਭਾਜਪਾ ਸਰਕਾਰ ਵੇਲੇ ਸੋਲਰ ਪਲਾਂਟ ਲੱਗੇ ਸੀ ਜੀ, ਉਹ ਸਰਕਾਰ ਚਲੀ ਗਈ। ਇਹਨਾਂ 2 ਵੱਡੇ ਘਰਾਣਿਆਂ 'ਚੋਂ ਇੱਕ ਘਰਾਣੇ ਨੇ ਆ ਕੇ ਸੋਲਰ ਪਲਾਂਟ ਖਰੀਦ ਲਿਆ। ਇਹ ਹੁਣ ਉਹ ਸਰਕਾਰ ਤਾਂ ਚਲੀ ਗਈ, ਹੁਣ ਵਾਲੀ ਸਰਕਾਰ ਵੀ ਰੋਕ ਨਹੀਂ ਸਕੀ ਕਿਉਂਕਿ ਇੱਕ ਕੰਪਨੀ ਦੂਜੀ ਕੰਪਨੀ ਨੂੰ ਪਲਾਂਟ ਵੇਚਦੀ ਹੈ, ਸਰਕਾਰ ਕਿੱਦਾਂ ਰੋਕਦੇ ਜੀ? ਉਹਨਾਂ ਨੇ ਖਰੀਦੇ ਇਸ ਕਰਕੇ ਕਿ ਹੌਲੀ ਹੌਲੀ ਸਾਰੀ ਐਨਰਜੀ, ਸਾਰਾ ਬਿਜਲੀ ਉਤਪਾਦਨ, ਜਿਹੜੇ ਇਲੈਕਟ੍ਰੀਸਿਟੀ ਪ੍ਰੋਡਕਸ਼ਨ ਹੈ, ਉਹ ਸਾਰੀ ਉਸ ਘਰਾਣੇ ਕੋਲ ਚੱਲ ਜੂਗੀ। ਦੂਸਰੇ ਘਰਾਣੇ ਕੋਲ ਸਾਰਾ ਟੈਲੀਕਮਿਊਨੀਕੇਸ਼ਨ, ਜਿੰਨਾ ਨੈਟਵਰਕ ਹੈ, ਇੰਟਰਨੈਟ ਵੀ ਟੋਟਲ, ਉਹ ਸਾਰਾ ਕੁਝ ਉਹਨਾਂ ਕੋਲ ਚੱਲ ਜਾਏਗਾ। ਉਹ 2 ਘਰਾਣੇ ਜਿਸ ਤਰ੍ਹਾਂ ਘੇਰਾ ਪਾਈ ਆਉਂਦੇ, ਉਸ ਘੇਰਾ ਪਾਉਣ ਦੇ ਵਿੱਚ ਕੋਈ ਵਿਘਨ ਪਾਉਣ ਦੀ ਥਾਂ, ਹਾਲਾਂਕਿ ਚਾਹੀਦਾ ਕਿ ਮੋਨੋਪੋਲੀਜ਼ ਬਣਨ ਤੋਂ ਰੋਕੇ ਸਰਕਾਰ, ਉਹ ਰੋਕਣ ਦੀ ਥਾਂ 'ਤੇ ਸਰਕਾਰ ਇਸ ਗੱਲ 'ਤੇ ਆ ਗਈ ਹੈ ਕਿ ਇਹਨਾਂ ਦਾ ਸਹਿਯੋਗ ਕਰੋ, ਇਹ ਸਾਡਾ ਸਹਿਯੋਗ ਕਰਨਗੇ ਰਾਜਨੀਤੀ 'ਚ ਜੀ। ਉਹ ਜਿਹੜੀ ਖੇਡ ਚੱਲਦੀ ਪਈ ਹੈ, ਉਸ ਖੇਡ ਨੇ ਇੱਥੇ ਲੈ ਆਂਦਾ ਕਿ ਜਿਹੜੀ ਗੱਲ ਮੈਂ ਕਹਿਣ ਲੱਗਾ ਸੀ ਕਿ ਸਰਕਾਰ ਨੇ ਕਹਿਤਾ ਜੀ 2 ਗੱਲਾਂ ਮੰਨੀਆਂ ਕਿਹੜੀਆਂ? ਇੱਕ ਤਾਂ ਬਿਜਲੀ ਕਾਨੂੰਨ ਪਾਸ ਕਰਨਾ ਸੀ, ਉਹ ਤਾਂ ਜੇ ਪੇਸ਼ ਨਹੀਂ ਕੀਤਾ, ਉਹ ਕਹਿਤਾ ਚੰਗਾ ਜੀ ਨਹੀਂ ਕਰਦੇ। ਦੂਜੀ ਗੱਲ, ਸੁਪਰੀਮ ਕੋਰਟ ਤੱਕ ਵੀ ਗੱਲ ਗਈ ਸੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਵੀ, ਕਿ ਤੁਸੀਂ ਦੱਸੋ ਦਿੱਲੀ ਦੇ ਪ੍ਰਦੂਸ਼ਣ ਦਾ ਕੀ ਕਰਦੇ ਜੀ? ਸਰਕਾਰ ਨੇ ਕਹਿਤਾ ਜੀ ਇਹ ਪੰਜਾਬ ਦੀ ਪਰਾਲੀ ਦੂਸਰੇ ਰਾਜਾਂ ਤੋਂ ਪਰਾਲੀ ਸਾੜਨ ਕਰਕੇ ਹੁੰਦਾ, ਜਿਹੜਾ ਕਿਸਾਨ ਪਰਾਲੀ ਸਾੜੇਗਾ ਉਹਨੂੰ 1 ਕਰੋੜ ਰੁਪਈਆ ਜੁਰਮਾਨਾ ਕਰਾਂਗੇ। ਜਿਹਦੇ ਕੋਲ 2 ਕਿੱਲੇ ਪੈਲੀ ਹੈ, 25 ਲੱਖ ਰੁਪਈਆ ਕਿੱਲੇ ਦਾ ਮੁੱਲ ਆ, 50 ਲੱਖ ਦੀ ਉਹਦੀ ਟੋਟਲ ਮਾਲਕੀ ਹੈ, ਉਹਦੇ ਉੱਤੇ ਤੁਸੀਂ 1 ਕਰੋੜ ਰੁਪਈਆ ਜੁਰਮਾਨਾ ਕਰ ਦਿਆਂਗੇ, ਇਸ ਕਰਕੇ ਕਿ ਸਾਰਾ ਟੱਬਰ ਖੁਦਕੁਸ਼ੀ ਕਰ ਲੇ। ਇਹ ਜੋ ਕੁਛ ਸੀਗਾ ਤੇ ਕਿਸਾਨ ਆਗੂਆਂ ਨੇ ਬਹੁਤ ਜਦੋਂ ਡਟ ਕੇ ਸਟੈਂਡ ਲਿਆ ਤੇ ਸਰਕਾਰ ਨੇ ਕਿਹਾ ਜੀ ਆਰਡੀਨੈਂਸ ਜਾਰੀ ਕੀਤਾ, ਅਜੇ ਕਾਨੂੰਨ ਤਾਂ ਬਣਿਆ ਨਹੀਂ, ਅਸੀਂ ਆਰਡੀਨੈਂਸ ਵਾਪਸ ਲੈ ਲੈਂਦੇ। ਇਹ 2 ਗੱਲਾਂ ਵਾਪਸ ਹੋਈਆਂ, ਇੱਕ ਤਾਂ ਪੇਸ਼ ਨਹੀਂ ਹੋਈ, ਹੁਣ ਤੋਂ ਰੋਕਤੀ,
ਦੂਸਰਾ ਆਰਡੀਨੈਂਸ ਜਾਰੀ ਹੋਇਆ ਸੀ, ਉਹ ਵਾਪਸ ਕਹਿ ਤਾ ਲੈ ਲਾਂਗੇ। ਬਾਕੀ ਦੀਆਂ ਜਿਹੜੀਆਂ 4 ਗੱਲਾਂ ਨੇ ਉਹ ਆਪਣੇ ਆਪ 'ਚ ਅਹਿਮ ਹੈ। ਇੱਕ ਤਾਂ ਹੈ ਖੇਤੀ ਵਸਤਾਂ ਬਾਰੇ ਜੀ, ਉਹਨਾਂ ਦੀ ਖਰੀਦ ਵੇਚ ਕਿੱਥੇ ਕਰਨੀ ਹੈ, ਖੇਤਾਂ ਵਿੱਚ ਕਰਨੀ ਹੈ ਕਿ ਮੰਡੀ 'ਚ ਕਰਨੀ ਹੈ। ਮੰਡੀਆਂ ਦਾ ਸਿਸਟਮ ਖਤਮ ਕੀਤਾ ਜਾ ਰਿਹਾ ਉਹਦੇ ਸੰਬੰਧ 'ਚ। ਦੂਸਰਾ ਹੈਗਾ ਜ਼ਰੂਰੀ ਵਸਤਾਂ ਬਾਰੇ, ਕਿ ਜੇ ਜ਼ਰੂਰੀ ਵਸਤਾਂ ਜਿਹੜੀਆਂ ਨੇ ਭੰਡਾਰ ਕਰਨ ਦੀ ਖੁੱਲ੍ਹ ਦੇ ਦਿੱਤੀ ਵੀ ਕੋਈ ਜਿੰਨਾ ਮਰਜ਼ੀ, ਅੱਗੇ ਤਾਂ ਇਹ ਹੋਊਗਾ ਕਿ 2-3 ਹਜ਼ਾਰ ਟਨ ਤੋਂ ਵੱਧ ਕੋਈ ਕਰ ਨਹੀਂ ਸਕਦਾ, 2,000 ਬੋਰੀਆਂ ਤੋਂ ਵੱਧ ਕੋਈ ਚੱਕੀ ਨਹੀਂ ਰੱਖ ਸਕਦਾ, ਇੰਨੀਆਂ ਲਿਮਿਟ ਰੱਖੀਆਂ ਸਨ। ਜੀ ਜੀ, ਉਹਨੇ ਕਹਿ ਤਾ ਭਾਵੇਂ ਕੋਈ 2 ਲੱਖ ਟਨ ਰੱਖ ਲੇ, ਤੇ ਉਹ ਆਪਣੇ ਗੋਦਾਮਾਂ ਜਦੋਂ ਮਾਲ ਰੱਖ ਲੈਣਗੇ, ਉਹਨਾਂ ਦੀ ਮਰਜ਼ੀ ਆ, ਤੇ ਉਹ ਤਾਲੇ ਲਾ ਕੇ ਆਖਣ ਜੀ ਮਾਲ ਹੀ ਹੈ ਨਹੀਂ, ਨਕਲੀ ਥੋੜ੍ਹਾ ਪੈਦਾ ਕਰਕੇ ਦੁੱਗਣੇ ਭਾਅ ਦੇ ਉੱਤੇ ਵੇਚਣ ਜੀ। ਤੇ ਜੇ ਕੋਈ ਦੂਸਰਾ ਮੁਕਾਬਲੇ ਤੇ ਆਵੇ ਤੇ ਆਪਣਾ ਮਾਲ ਰਾਤੋਂ ਰਾਤ ਮੰਡੀ ਸੁੱਟ ਕੇ ਭਾਅ ਡਿੱਗ ਦੇਣ, ਉਹ ਤਾਂ ਸਾਰੇ ਭਾਰਤ ਨੂੰ ਬਲੈਕਮੇਲ ਕਰਨਗੇ। ਦੂਸਰਾ ਕਾਨੂੰਨ ਇਹ ਸੀ। ਤੀਸਰਾ ਸੀਗਾ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ, ਖੇਤੀ ਵਾਲੀ ਸਮਝੌਤਾ ਫਾਰਮਿੰਗ, ਸੌਦਾ ਮਾਰਨ ਦੀ। ਉਹਦੇ 'ਚ ਕਿਸਾਨ ਸਮਝਦੇ ਆ ਕਿ ਐਗਰੀਮੈਂਟ ਜਿੱਥੇ ਜਿੱਥੇ ਕੀਤੇ ਆ ਮੱਧ ਪ੍ਰਦੇਸ਼ ਵਗੈਰਾ 'ਚ, ਉਹ ਤਜਰਬੇ ਗਲਤ ਸਾਬਤ ਹੋਏ ਆ, ਹੌਲੀ ਹੌਲੀ ਸਾਨੂੰ ਇਹਦੇ ਵਿੱਚ ਦੱਬ ਲੈਣਗੇ, ਅਸੀਂ ਮਾਰੇ ਜਾਵਾਂਗੇ ਜੀ। ਹੁਣ ਉਹ ਜਿਹੜੇ ਤਿੰਨੇ ਕਾਨੂੰਨ ਆ, ਉਹਨਾਂ ਦੇ ਨਾਲ ਚੌਥੀ ਗੱਲ ਇਹ ਸੀ ਕਿ ਸਰਕਾਰ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ MSP ਉਹਦੀ ਗਰੰਟੀ ਦੇਵੇ। ਔਰ ਗਰੰਟੀ ਇਹ ਨਹੀਂ ਕਿ ਸਰਕਾਰ ਕਹਿੰਦੀ ਲਿਖ ਕੇ ਦੇ ਦਿੰਦੇ ਆ, ਲਿਖ ਕੇ ਦਿੱਤਾ ਜ਼ਬਾਨੀ ਭਰੋਸਾ ਤਾਂ ਉਹ ਤਾਂ ਕੱਲ੍ਹ ਨੂੰ ਤੁਸੀਂ ਕਹਿਣਾ ਜੁਮਲਾ ਸੀ ਜੀ, ਜੁਮਲਿਆਂ ਨਾਲ ਤਾਂ ਦੇਸ਼ ਚੱਲ ਨਹੀਂ ਸਕਦਾ। ਇਹਨਾਂ ਨੇ ਆਖਿਆ ਜੀ ਅਸੀਂ ਉਹ ਲਿਖ ਕੇ ਦੇ ਦਿੰਦੇ, ਉਹਨਾਂ ਆਖਿਆ ਲਿਖ ਕੇ ਨਹੀਂ, ਇਹਨੂੰ ਤੁਸੀਂ ਕਾਨੂੰਨੀ ਰੂਪ ਦਿਓ। ਸਰਕਾਰ ਕਾਨੂੰਨ ਬਣਾ ਦੇਵੇ ਕਿ MSP ਤਾਂ ਲਾਗੂ ਰਹੇਗੀ, ਇਹਦੇ ਤੋਂ ਘੱਟ ਦੇ ਉੱਤੇ ਫਸਲ ਨਹੀਂ ਵੇਚੀ ਜਾ ਸਕਦੀ। ਹੁਣ ਸਰਕਾਰ ਅਜੇ ਤੱਕ ਇਹਦੇ ਤੇ ਨਹੀਂ ਆਈ, ਜ਼ਬਾਨੀ ਕਹਿੰਦੀ ਅਸੀਂ ਲਿਖਤੀ ਗਰੰਟੀ ਦੇ ਦਿੰਦੇ ਹਾਂ, ਜ਼ਬਾਨੀ ਕਰ ਦਿੰਦੇ ਹਾਂ, ਪਰ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ। ਹੁਣ ਇਹ 4 ਮੁੱਦੇ ਬਣ ਜਾਂਦੇ ਆ। ਇੱਕ ਫਸਲ ਕਿੱਥੇ ਵੇਚਣੀ ਹੈ, ਇੱਕ ਜ਼ਰੂਰੀ ਵਸਤਾਂ ਬਾਰੇ ਕਾਨੂੰਨ, ਇੱਕ ਐਗਰੀਮੈਂਟ ਜਿਹੜੀ ਹੈਗੀ ਆ ਕੰਟਰੈਕਟ ਫਾਰਮਿੰਗ, ਤੇ ਚੌਥਾ MSP। ਉਹਨਾਂ ਚੌਂ ਨੂੰ ਉਹ ਕੀ ਕਹਿੰਦੇ ਆ ਕਿ 3 ਤੇ ਬਣੇ ਕਾਨੂੰਨ ਇੱਕ ਮੱਦ ਹੋ ਗਈ ਤੇ MSP ਦੂਜੀ ਮੱਦ ਹੋ ਗਈ। ਉਹ ਕਹਿੰਦੇ ਜੀ 2 ਮੁੱਦਾ ਅਸੀਂ ਤੁਹਾਡੀਆਂ ਮੰਨ ਲਈਆਂ, 2 ਹੀ ਰਹਿ ਗਈਆਂ, ਬਾਕੀ 2 ਨਹੀਂ ਅਜੇ 4 ਰਹਿੰਦੀਆਂ ਨੇ। ਔਰ ਇਹ ਚਾਰੇ ਜਿਹੜੀਆਂ ਆਪਣੇ ਆਪ 'ਚ ਬਹੁਤ ਅਹਿਮ ਮੱਦਾਂ ਨੇ ਜੀ, ਉਹਨਾਂ ਨੂੰ ਸਰਕਾਰ ਜਿਵੇਂ ਛੁਟਿਆ ਕੇ ਪੇਸ਼ ਕਰਦੀ ਪਈ ਹੈ। ਜਿਸ ਦਿਨ ਇਹ ਸਮਝੌਤੇ ਵਾਲੀ ਗੱਲ ਤੁਰੀ ਸੀ, 2 ਗੱਲਾਂ ਸਰਕਾਰ ਨੇ ਮੰਨੀਆਂ ਸੀ। ਮੈਂ ਉਸੇ ਦਿਨ ਕਹਿ ਦਿੱਤਾ ਸੀ ਕਿ ਜਿਸ ਤਰ੍ਹਾਂ ਤਿੰਨੇ ਮੰਤਰੀ ਉੱਠ ਕੇ ਤੇ ਕਿਸਾਨਾਂ ਦੇ ਲੰਗਰ 'ਚ ਆਏ ਆ, ਉਹਨਾਂ ਦੇ ਨਾਲ ਕਤਾਰ 'ਚ ਖਲੋ ਕੇ ਇਹਨਾਂ ਨੇ ਖਾਣਾ ਖਾਧਾ ਤੇ ਉਹਨਾਂ ਨਾਲ ਪੋਲੀਆਂ ਗੱਲਾਂ ਕੀਤੀਆਂ। ਇਹਦੇ ਤੋਂ ਲੱਗਦਾ ਕਿ ਸਰਕਾਰ ਕੋਈ ਚਾਲ ਚੱਲਣ ਦੇ ਮੂਡ 'ਚ ਹੈ। ਸਾਡੇ ਪੰਜਾਬੀ 'ਚ ਵੀ ਮੁਹਾਵਰਾ ਮਾਂ ਨਾਲੋਂ ਹੇਜਲੀ ਸੋ ਫੱਫੇ ਕੁੱਟਣੀ। ਜਦੋਂ ਕੋਈ ਬਹੁਤਾ ਹੀ ਜ਼ਿਆਦਾ ਚਰਿੱਤਰ ਕਰੇ, ਆ ਮੇਰਾ ਪੁੱਤ, ਆ ਮੇਰਾ ਲਾਡਲਾ, ਸਮਝ ਲਓ ਇਹਦੇ ਪਿੱਛੇ ਕੋਈ ਨਾ ਕੋਈ ਖੇਡ ਹੈ। ਨਹੀਂ ਤਾਂ ਇੰਨੇ ਲਾਡ ਤੇ ਮਾਂ ਨਹੀਂ ਅੱਜ ਕੱਲ੍ਹ ਕਰਦੀ। ਤੇ ਜਿਹੜੀ ਆਸੇ-ਪਾਸੇ ਤੋਂ ਆਈ ਬਹੁਤ ਵਧੀਆ ਆਖੇ ਆ ਮੇਰਾ ਲਾਡਲਾ, ਆ ਮੇਰਾ ਪੁੱਤ, ਇੰਨੇ ਲਾਡ ਲਡਾਉਣ ਦੇ ਪਿੱਛੇ ਮੈਨੂੰ ਉਸ ਦਿਨ ਵੀ ਲੱਗਦਾ ਸੀ ਕਿ ਕੋਈ ਵੱਡੀ ਖੇਡ ਖੇਡੀ ਜਾ ਰਹੀ ਹੈ ਜੀ। ਫਿਰ ਜਿਸ ਤਰ੍ਹਾਂ ਉਹਨਾਂ ਨੇ 2 ਕਾਨੂੰਨਾਂ ਨੂੰ ਦੋਨਾਂ ਦੀ ਸਹਿਮਤੀ ਮਾੜੀ ਜੀ ਕਰਕੇ ਤੇ ਬਾਕੀ 4 ਨੂੰ ਕਹਿ ਦਿੱਤਾ ਕਿ ਸਿਰਫ 2 ਰਹਿ ਗਏ, ਉਹਦੇ ਤੋਂ ਸਾਫ਼ ਦਿਸਦਾ ਸੀ ਕਿ ਇੱਥੇ ਕੋਈ ਗੜਬੜ ਕਰਦੇ ਪਿਆ। ਹੁਣ ਉਹ ਗੜਬੜ ਜਿਹੜੀ ਆ ਕਿਸਾਨ ਲੀਡਰਾਂ ਨੂੰ ਵੀ ਸਮਝ ਆਉਣ ਲੱਗ ਪਈ ਹੈ ਕਿ ਪ੍ਰਧਾਨ ਮੰਤਰੀ ਤੇ ਉਹ ਤੋਂ ਬਾਅਦ ਅਜੇ ਵੀ ਆਖੀ ਜਾ ਰਿਹਾ ਕਿ ਮੇਰੇ ਕਾਨੂੰਨ ਬੜੇ ਇਨਕਲਾਬੀ ਆ, ਅਸੀਂ ਕਿਸਾਨਾਂ ਦਾ ਭਲਾ ਕਰਨਾ ਹੀ ਕਰਨਾ। ਤੇ ਜੇ ਫਿਰ ਇਹ ਕਰਨਾ ਹੀ ਕਰਨਾ ਤੇ ਜਿਹੜੀ 4 ਤਰੀਕ ਨੂੰ ਮੀਟਿੰਗ ਸੱਦੀ ਹੈ, ਉਹ ਕਾਹਦੇ ਲਈ ਸੱਦ ਲਈ ਹੈ? ਨਹੀਂ, ਇਹਦੇ 'ਚ ਸ਼ੱਕ ਤਾਂ ਹੈਗਾ। ਖੇਤੀ ਮੰਤਰੀ ਸਾਹਿਬ ਦਾ ਅੱਜ ਫਿਰ ਬਿਆਨ ਆਇਆ, ਉਹ ਕਹਿੰਦੇ ਜਦੋਂ ਪੱਤਰਕਾਰਾਂ ਪੁੱਛਿਆ ਵੀ ਹਾਂਜੀ ਫਿਰ 4 ਨੂੰ ਮਸਲਾ ਹੱਲ ਕਰ ਦਿਆਂਗੇ, ਕਹਿੰਦੇ ਦੇਖੋ ਮੈਂ ਕੋਈ ਜੋਤਸ਼ੀ ਨਹੀਂ ਹੈਗਾ, ਹਾਂ ਇੰਨਾ ਜ਼ਰੂਰ ਹੈ ਵੀ ਜਿਹੜੀ ਵੀ ਗੱਲ ਹੋਊਗੀ ਉਹ ਦੇਸ਼ ਦੇ ਤੇ ਕਿਸਾਨਾਂ ਦੇ ਹਿੱਤ 'ਚ ਹੋਊਗੀ। ਤੇ ਜਦੋਂ ਇਹੋ ਜਿਹੇ ਬਿਆਨ ਆਉਂਦੇ ਫਿਰ ਇਹ ਤਾਂ ਮਤਲਬ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਠੀਕ ਹੀ ਹੋਈ ਆਪਣੇ ਤੌਰ ਤੇ। ਕਿਸਾਨਾਂ ਦੇ ਹਿੱਤ ਦੀ ਗੱਲ ਤੇ ਉਹੀ ਆ ਜਿਹੜੀ ਆਖੀ ਜਾਂਦੀ ਹੈ ਕਿ ਅਸੀਂ ਕਾਨੂੰਨ ਕਿਸਾਨਾਂ ਦੇ ਹਿੱਤ ਲਈ ਬਣਾਏ ਆ। ਇਹਨਾਂ ਨੇ ਤੇ ਆਖਿਆ ਸੀ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। 2014 ਤੋਂ ਸ਼ੁਰੂ ਕੀਤਾ ਸੀ, 7 ਸਾਲ ਤਾਂ ਲੰਘ ਗਏ, ਪੌਣੇ 7 ਸਾਲ ਜੀ। ਇਹਨਾਂ ਪੌਣੇ 7 ਸਾਲਾਂ ਦੇ ਵਿੱਚ ਕੋਈ ਥੋੜ੍ਹੀ ਬਹੁਤ ਵਧੀ ਹੋਵੇ ਤੇ ਸਾਨੂੰ ਪਤਾ ਲੱਗੇ। ਹੁਣ ਤੱਕ ਤੇ ਵਧੀ ਨਹੀਂ, ਤੇ ਇੱਕੋ ਸਾਲ ਦੇ ਵਿੱਚ ਵਧਾ ਕੇ ਕਿੱਦਾਂ ਦੁੱਗਣੀ ਕਰ ਦੇਣਗੇ ਮੈਨੂੰ ਪਤਾ ਨਹੀਂ। ਮੈਂ ਤੁਹਾਨੂੰ ਪੁੱਛਿਆ ਤਾਂ ਸੀਗਾ ਉਸ ਦਿਨ ਵੀ ਤਰੀਕੇ ਤਾਂ 3 ਹੀ ਆ, ਵੀ ਜਾਂ ਤਾਂ ਜਿਹਦੇ ਕੋਲ 1 ਕਿੱਲਾ ਉਹਨੂੰ 1 ਕਿੱਲਾ ਹੋਰ ਦੇ ਦਿਓ, ਜਾਂ ਜੇ ਕਣਕ ਦਾ ਰੇਟ ਜਿਹੜੇ ਅੱਜ 2000 ਹੈ ਤਾਂ ਉਹਨੂੰ 4000 ਕਰ ਦਿਓ, ਜਾਂ ਫਿਰ ਉਹਨੂੰ ਇਹ ਕਹੋ ਵੀ ਸਾਲ 'ਚ 2 ਵਾਰਾਂ ਕਣਕ ਬੀਜ ਫਿਰ ਹੋ ਸਕਦੀ ਹੈ। ਤਿੰਨੋਂ ਚੀਜ਼ਾਂ ਹੋ ਨਹੀਂ ਸਕਦੀਆਂ ਤੇ ਫਿਰ ਕਿੱਦਾਂ ਦੁੱਗਣੀ ਹੋ ਨਹੀਂ ਸਕਦੀਆਂ ਜੀ। ਇਹੀ ਤੇ ਗੱਲ ਹੈ ਕਿ ਸਰਕਾਰ ਕਿਹੜਾ ਮਦਾਰੀ ਵਾਲਾ ਫਾਰਮੂਲਾ ਵਰਤੇਗੀ ਕਿ ਰਾਤੋਂ ਰਾਤ ਕਿਸਾਨਾਂ ਦੀ ਫਸਲ ਦੁੱਗਣੀ ਕਰ ਦੇਗੀ। ਪ੍ਰਧਾਨ ਮੰਤਰੀ ਸਾਹਿਬ ਅਜੇ ਵੀ ਆਖੀ ਜਾਂਦੇ ਆ, ਉਹਨਾਂ ਦੇ ਚੇਲੇ ਚਾਂਟੇ ਜਿਹੜੇ ਆ, ਕੋਈ ਕਿਸੇ ਰਾਜ ਦਾ ਮੁੱਖ ਮੰਤਰੀ, ਮਨੋਹਰ ਲਾਲ ਖੱਟਰ ਲੈ ਲਓ ਜੀ, ਯੋਗੀ ਆਦਿੱਤਿਆਨਾਥ ਲੈ ਲਓ, ਉਹ ਵੀ ਕਹੀ ਜਾਂਦੇ ਜੀ ਪ੍ਰਧਾਨ ਮੰਤਰੀ ਜੀ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੇ ਆ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਿਸਾਨਾਂ ਨੂੰ ਚੁੱਕ ਰਹੀਆਂ, ਫਾਇਦਾ ਨਹੀਂ ਹੋਣ ਦੇ। ਵਿਰੋਧੀ ਪਾਰਟੀਆਂ ਇੱਥੇ ਕਿੱਥੇ ਨੇ? ਕਿਸਾਨਾਂ ਨੇ ਤਾਂ ਕਿਸੇ ਇੱਕ ਵੀ ਸਿਆਸੀ ਪਾਰਟੀ ਨੂੰ ਆਪਣੇ 'ਚ ਵੜਨ ਨਹੀਂ ਦਿੱਤਾ ਜੀ। ਉਹ ਪਹਿਲੇ ਦਿਨ ਤੋਂ ਹੀ ਗੈਰ ਸਿਆਸੀ ਤੌਰ ਤੇ ਆਪਣਾ ਸੰਘਰਸ਼ ਚਲਾ ਰਹੇ। ਉਹ ਕਹਿੰਦੇ ਜੀ ਸਿਆਸਤ ਵਿੱਚ ਅਸੀਂ ਬਿਲਕੁਲ ਲਿਆਉਣੀ ਹੀ ਨਹੀਂ, ਉਹਨੂੰ ਪਾਸੇ ਰੱਖਣਾ, ਆਪਣੇ ਤੌਰ ਤੇ ਆਪਣਾ ਸੰਘਰਸ਼ ਚਲਾਵਾਂਗੇ।
ਤੇ ਫਿਰ ਇਹ ਕਿੱਦਾਂ ਹੋ ਸਕਦਾ ਕਿ ਕਹੀ ਜਾਵੇ ਕੋਈ ਮੁੱਖ ਮੰਤਰੀ ਤੇ ਕੋਈ ਪਾਰਲੀਮੈਂਟ ਮੈਂਬਰ ਤੇ ਕੋਈ ਕੇਂਦਰੀ ਮੰਤਰੀ ਵੀ ਇਹ ਸਿਆਸੀ ਪਾਰਟੀਆਂ ਖਰਾਬ ਕਰਦੀਆਂ। ਕੋਈ ਸਿਆਸੀ ਪਾਰਟੀ 'ਚ ਨਹੀਂ, ਕੋਈ ਪਾਸੇ ਤੋਂ ਖਰਾਬ ਕਰਨ ਵਾਲਾ ਨਹੀਂ। ਇਹ ਸਿਰਫ ਦੂਸ਼ਣਬਾਜ਼ੀ ਭਾਜਪਾ ਦੇ ਲੀਡਰ ਕਰਦੇ ਆ। ਭਾਜਪਾ ਦੇ ਲੀਡਰ ਤੇ ਉਹ ਤੋਂ ਬਹੁਤ ਭੱਦੀਆਂ ਗੱਲਾਂ ਵੀ ਕਰਦੇ। ਉਹ ਤੇ ਵੀ ਕਹਿੰਦੇ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ, ਉਹ ਤੇ ਇਹ ਵੀ ਕਹਿੰਦੇ ਆ ਕਿ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ, ਉਹ ਤੇ ਇਹ ਵੀ ਕਹਿੰਦੇ ਆ ਕਿ ਖਾਲਿਸਤਾਨੀ ਆ ਗਏ, ਉਹ ਤਾਂ ਇਹ ਵੀ ਕਹਿੰਦੇ ਆ ਕਿ ਅਰਬਨ ਨਕਸਲ, ਇੱਥੇ ਦੇ ਨਕਸਲੀ ਆ ਗਏ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਨ੍ਹਾਂ ਨੇ 1962 ਦੀ ਜੰਗ ਦੇ ਵਿੱਚ ਚੀਨ ਦੀ ਮਦਦ ਕੀਤੀ ਸੀ ਉਹ ਅੱਜ ਸਾਡੇ ਖਿਲਾਫ ਧਰਨਾ ਲਾਈ ਬੈਠੇ ਆ। ਸਾਡੇ ਹੁਸ਼ਿਆਰਪੁਰ ਦੇ ਇੱਕ ਭਾਜਪਾ ਲੀਡਰ ਨੇ ਇਹ ਕਹਿ ਦਿੱਤਾ ਇਹ ਜਿਹੜੇ ਉੱਥੇ ਧਰਨੇ 'ਤੇ ਜਾਂਦੇ ਆ ਇਹ ਤਾਂ ਪਿਕਨਿਕ ਮਨਾਉਣ ਵਾਸਤੇ ਜਾਂਦੇ ਆ। ਪਿਕਨਿਕ ਮਨਾਉਣ ਵਾਸਤੇ ਜਾਂਦੇ ਆ, ਤੁਸੀਂ ਪਿਕਨਿਕ ਮਨਾਉਣ ਵਾਸਤੇ ਜਾ ਕੇ ਵਿਖਾਓ ਇਹੋ ਜਿਹੇ 'ਚ। ਮੈਂ ਇਹਨਾਂ ਭਾਜਪਾ ਦੇ ਲੀਡਰਾਂ 'ਚੋਂ ਮੈਂ ਇੱਕ ਇਹੋ ਜਿਹੇ ਲੀਡਰ ਨੂੰ ਵੀ ਜਾਣਦਾ, ਮੈਂ ਉਹਦਾ ਨਾਂ ਨਹੀਂ ਲੈਣਾ, ਜਿਹਨੇ ਇੱਕ ਵਾਰੀ ਜਲੰਧਰ ਦੀ ਇੱਕ ਯੂਨੀਵਰਸਿਟੀ 'ਚ ਸਮਾਗਮ ਹੁੰਦਾ ਸੀ ਤੇ ਉਹ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਟੇਜ ਦੇ ਉੱਤੇ ਇਸ ਗੱਲ ਦਾ ਭੜਥੂ ਪਾ ਛੱਡਿਆ, ਛੇਤੀ ਕਰੋ ਮਕਾਓ, ਛੇਤੀ ਮਕਾਓ। ਅਸੀਂ ਆਖਿਆ ਗੱਲ ਕੀ ਆ? ਕਹਿੰਦੇ ਜੀ ਦੁਪਹਿਰੇ ਗ੍ਰਹਿਣ ਲੱਗਣਾ ਤੇ ਮੰਤਰੀ ਜੀ ਗ੍ਰਹਿਣ ਤੋਂ ਪਹਿਲਾਂ ਆਪਣੇ ਘਰ ਜਾ ਕੇ ਹਵਨ ਸ਼ੁਰੂ ਕਰਨਾ ਚਾਹੁੰਦੇ ਆ। ਇਹੋ ਜਿਹੇ ਮੰਤਰੀ ਆ ਜਿਹੜਾ ਮਤਲਬ ਵਿਗਿਆਨਿਕ ਸੋਚ ਦਾ ਉੱਥੇ ਸੈਮੀਨਾਰ ਚੱਲਦਾ ਹੋਵੇ ਤੇ ਉਹ 'ਚ ਇਸ ਗੱਲ 'ਤੇ ਭੜਥੂ ਪਾਉਂਦਾ ਕਿ ਮੈਂ ਇਹ ਤੋਂ ਪਹਿਲਾਂ ਗ੍ਰਹਿਣ ਸ਼ੁਰੂ ਤੋਂ ਹੋਣ ਤੋਂ ਪਹਿਲਾਂ ਉੱਥੇ ਘਰ ਪਹੁੰਚ ਜਾ। ਜਿਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਘੱਟ ਆ, ਗ੍ਰਹਿਣ ਦੀ ਵੱਧ ਆ। ਇੱਕ ਪਾਸੇ ਉਹ ਚੰਦ ਦੇ ਉੱਤੇ ਆਪਣਾ ਉਪਗ੍ਰਹਿ ਭੇਜਦੇ ਪਏ ਵੀ ਉੱਥੇ ਜਾ ਕੇ ਉੱਥੋਂ ਦੀ ਮਿੱਟੀ ਚੁੱਕ ਕੇ ਲਿਆਓ, ਉੱਥੇ ਝੰਡਾ ਗੱਡ ਕੇ ਆਓ, ਤੇ ਦੂਸਰੇ ਪਾਸੇ ਉਹ ਚੰਦ ਨੂੰ ਦੇਵਤਾ ਕਹਿ ਕੇ ਪੂਜੀ ਜਾਂਦੇ ਆ। ਉਹ ਲੋਕ ਜਿਹੜੇ ਆ ਉਹ ਉੱਠ ਕੇ ਕਿਸਾਨਾਂ ਦੇ ਸੰਘਰਸ਼ ਬਾਰੇ ਪੁੱਠੇ ਸਿੱਧੇ ਇਹੋ ਜਿਹੇ ਕੋਈ ਐਲਾਨ ਕਰਨ, ਇਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨ, ਇਹ ਬਰਦਾਸ਼ਤ ਥੋੜ੍ਹਾ ਕੀਤੀ ਜਾ ਸਕਦੀ। ਉਹ ਹੱਦਾਂ ਵੱਧ ਕੇ ਜੋ ਕੁਝ ਕਹਿੰਦੇ ਪਏ ਆ ਉਹਦੇ ਨਾਲ ਕਿਸਾਨ ਖਿਝ ਰਿਹਾ। ਔਰ ਇਹੋ ਕਾਰਨ ਹੈ ਕਿ ਆਖਿਰਕਾਰ ਕਿਸਾਨਾਂ ਨੂੰ ਆਪਣੀ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਇਸ ਕਿਸਮ ਦੇ ਐਲਾਨ ਕਰਨੇ ਪਏ ਆ ਜਿਹੜੇ ਉਹਨਾਂ ਨੇ ਹੁਣ ਤੱਕ ਨਹੀਂ ਸੀ ਕੀਤੇ। ਉਹ ਤੋਂ ਲੱਗਦਾ ਕਿ ਕਿਸਾਨ ਕਾਫੀ ਜ਼ਿਆਦਾ ਸਖਤ ਮੂਡ 'ਚ ਅੱਜ ਉਹਨਾਂ ਨੇ ਸਿਰੇ 'ਤੇ ਗੱਲ ਕਰਤੀ। ਨਹੀਂ, ਮੈਂ ਚਾਹੁੰਦਾ ਆਪਾਂ ਉਹ ਇੱਕ ਕਰਕੇ ਉਹ ਗੱਲ ਕਰ ਲਈਏ, ਕਿਉਂਕਿ ਹੁਣ ਤੱਕ ਤਾਂ ਇਹੋ ਸੀ ਕਿ ਟੀਵੀ ਦੇ ਉੱਪਰ ਗਣਤੰਤਰ ਦਿਵਸ ਦੀ ਪਰੇਡ ਦੇਖਣੀ ਹੈ, ਜਿਹਦੇ 'ਚ ਟੈਂਕ ਹੁੰਦੇ ਨੇ, ਤੋਪਾਂ ਹੁੰਦੀਆਂ ਨੇ, ਝਾਕੀਆਂ ਹੁੰਦੀਆਂ ਨੇ। ਅਤੇ ਇਸ ਵਾਰ ਤਾਂ ਇੱਦਾਂ ਲੱਗਦਾ ਕਿ ਜੇ ਇਹ ਕੰਮ ਚੱਲਦਾ ਰਿਹਾ ਤਾਂ ਹੋ ਸਕਦਾ ਕਿ ਲੋਕ ਟੀਵੀ 'ਤੇ ਨਾ ਵੇਖਣ, ਲੋਕਾਂ ਨੂੰ ਆਪਣੇ ਗਲੀ ਗੁਆਂਢ ਦੇ ਵਿੱਚ ਸੜਕਾਂ ਦੇ ਵਿੱਚ ਵੱਖਰੀ ਕਿਸਾਨ ਗਣਤੰਤਰ ਪਰੇਡ ਜਿਹੜੀ ਉਹ ਨਜ਼ਰ ਆਵੇ। ਇਹ ਕਿਹੜੇ ਐਲਾਨ ਕੀਤੇ, ਇਹਨਾਂ ਨੂੰ ਕਿਵੇਂ ਦੇਖਦੇ? ਦੇਖੋ, ਪਹਿਲੀ ਗੱਲ ਤਾਂ ਇਹਨਾਂ ਗਣਤੰਤਰ ਦਿਵਸ 'ਤੇ ਇਸ ਵਾਰੀ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੱਦਿਆ ਸੀ ਜੀ, ਬੋਰਿਸ ਜੌਨਸਨ। ਉਹਨੇ ਹਾਂ ਕਰਤੀ ਸੀ। ਬਰਤਾਨੀਆ ਦੇ ਪਾਰਲੀਮੈਂਟ ਮੈਂਬਰਾਂ ਨੇ ਉਹਨੂੰ ਕਹਿਣਾ ਸ਼ੁਰੂ ਕਰਤਾ ਤੂੰ ਨਾ ਉੱਥੇ ਜਾਵੀਂ, ਉੱਥੇ ਉਹਨੇ ਬੇਇੱਜ਼ਤੀ, ਜੇ ਤੂੰ ਉੱਥੇ ਗਿਆ ਸਾਰੇ ਦੇਸ਼ ਦੀ ਬੇਇੱਜ਼ਤੀ, ਤੂੰ ਨਾ ਉੱਥੇ ਜਾ। ਉੱਥੇ ਕਿਸਾਨ ਲੜਦੇ ਪਏ, ਇੰਟਰਨੈਸ਼ਨਲ ਮੁੱਦਾ ਬਣ ਚੁੱਕਾ। ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬਣ ਕੁੜੀ ਨੇ 15,000 ਫੁੱਟ ਤੋਂ ਜਹਾਜ਼ ਤੋਂ ਛਾਲ ਮਾਰ ਕੇ ਜਿਹੜੀ ਉਹ ਡਾਈਂਗ ਕੀਤੀ ਆ ਜੀ, ਉਹਦੇ ਨਾਲ ਉਹਨੇ ਆਖਿਆ, ਉਹਨੂੰ ਪੁੱਛਿਆ ਪੱਤਰਕਾਰਾਂ ਨੇ, ਕਹਿੰਦੀ ਮੈਂ ਆਪਣੀ ਇਸ ਜੰਪ ਨੂੰ ਭਾਰਤ ਦੇ ਜਿਹੜੇ ਸੰਘਰਸ਼ ਕਰਦੇ ਕਿਸਾਨ ਆ ਉਹਨਾਂ ਦੇ ਨਾਂ ਸਮਰਪਿਤ ਕਰਨਾ ਚਾਹੁੰਦੀ ਹਾਂ। ਮੈਂ ਲੋਕਾਂ ਦਾ, ਦੁਨੀਆ ਦਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਜਿਸ ਪੰਜਾਬ ਤੋਂ ਆਈ ਹਾਂ, ਜਿਸ ਦੇਸ਼ ਤੋਂ ਆਈ ਹਾਂ, ਉੱਥੋਂ ਦੇ ਕਿਸਾਨ ਆਪਣੀ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਪਏ। ਉੱਥੋਂ ਤੱਕ ਵੀ ਮੁੱਦਾ ਚਲਾ ਗਿਆ। ਦੂਜੀ ਗੱਲ ਇਹ ਕਿ ਕਿਸਾਨਾਂ ਨੇ ਬਹੁਤ ਹੱਠ ਰੱਖਿਆ। ਅਜੇ ਤੱਕ ਐਡਾ ਵੱਡਾ ਧਰਨਾ ਲੱਗਾ, 10 ਲੱਖ ਦੇ ਕਰੀਬ ਲੋਕ ਉੱਥੇ ਬੈਠੇ ਹੋਣ ਦਿੱਲੀ ਦੇ ਘੇਰੇ ਜੀ, ਤੇ ਇੱਕ ਵੀ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਕਿ ਕਿਸੇ ਨੇ ਕਿਸੇ ਕੁੜੀ ਨੂੰ ਛੇੜਿਆ ਹੋਵੇ, ਕਿਸੇ ਨੇ ਕਿਸੇ ਥਾਂ ਤੇ ਗੰਦ ਖਿਲਾਰਿਆ ਹੋਵੇ, ਕਿਸੇ ਦੀ ਗੱਡੀ ਕਿਸੇ ਨਾਲ ਖਹਿ ਕੇ ਲੰਘੀ ਹੋਵੇ, ਕੋਈ ਬਦਤਮੀਜ਼ੀ ਕੀਤੀ ਹੋਵੇ, ਕੁਛ ਨਹੀਂ। ਕਿਸੇ ਨੇ ਕਿਸੇ ਨਾਲ ਕੋਈ ਗਾਲ ਦੁੱਪੜ ਕੀਤੀ, ਕੋਈ ਝਗੜਾ ਕੀਤਾ ਹੋਵੇ, ਉਹ ਵੀ ਕੋਈ ਨਹੀਂ। ਇੰਨੀ ਹਲੀਮੀ ਨਾਲ ਉੱਥੇ ਜਾ ਕੇ ਬੈਠੇ ਨੇ, ਸੰਘਰਸ਼ ਕਰਦੇ ਪਏ ਨੇ। ਬਹੁਤ ਸ਼ਾਂਤਮਈ ਸੰਘਰਸ਼ ਆ। ਉਹਦੇ ਉੱਤੇ ਦੂਸ਼ਣਬਾਜ਼ੀ ਕੀਤੀ ਗਈ ਆ। ਉਹਦੇ ਤੋਂ ਖਿੱਝ ਕੇ ਹੁਣ ਅੱਜ ਕਿਸਾਨਾਂ ਦੀ ਜਿਹੜੀ ਮੀਟਿੰਗ ਸੀ, ਉਸ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ 4 ਤਰੀਕ ਵੇਖ ਰਹੇ ਹਾਂ ਜੀ। ਜੇ 4 ਤਰੀਕ ਨੂੰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਸਮਝੌਤਾ ਨਹੀਂ ਹੁੰਦਾ, ਉਹਨਾਂ ਨੇ ਕੁਝ ਫਿਰ ਨਵੇਂ ਐਲਾਨ ਕਰ ਦਿੱਤੇ ਆ। ਉਹ ਕਹਿੰਦੇ 4 ਨੂੰ ਨਾ ਹੋਇਆ, 5 ਨੂੰ ਅਸੀਂ ਤਿਆਰ ਹੋਵਾਂਗੇ, 6 ਨੂੰ ਸਭ ਤੋਂ ਪਹਿਲੀ ਗੱਲ ਕਿ ਜਿਹੜਾ KMP ਐਕਸਪ੍ਰੈਸ ਹੈ, KMP ਕਿਹੜਾ, ਸਿੰਘੂ ਬਾਰਡਰ ਦੇ ਉਰਲੇ ਪਾਸੇ ਕੁੰਡਲੀ ਬੈਰੀਅਰ, ਉੱਥੋਂ ਐਕਸਪ੍ਰੈਸ ਵੇ ਚੱਲਦਾ, ਕੁੰਡਲੀ ਮਾਨੇਸਰ ਪਲਵਲ, ਇਹ ਦਿੱਲੀ ਦੇ ਘੇਰੇ ਜਿਹੜਾ ਹੈਗਾ ਬਹੁਤ ਵੱਡਾ ਐਕਸਪ੍ਰੈਸ ਵੇ, ਉਹਦੇ ਉੱਤੇ ਉਹਨੇ ਆਖਿਆ ਜੀ ਅਸੀਂ ਟਰੈਕਟਰਾਂ ਦਾ ਮਾਰਚ ਕਰਾਂਗੇ ਜੀ, ਤੇ ਫਿਰ ਅਸੀਂ ਜਿਹੜਾ ਰਾਜਸਥਾਨ ਨੂੰ ਲੱਗਦਾ ਸ਼ਾਹਜਹਾਨਪੁਰ ਬਾਰਡਰ ਆ ਉੱਥੇ ਜਾਵਾਂਗੇ ਤੇ ਉਹ ਬਾਰਡਰ ਖੁਲਾ ਕੇ ਜਿਹੜੇ ਕਿਸਾਨ ਉੱਥੇ ਰੋਕੇ ਹੋਏ ਆ ਉਹ ਸਾਰੇ ਦਿੱਲੀ ਲਿਆਵਾਂਗੇ। ਇਹ ਪਹਿਲੀ ਸੱਟ ਹੋਵੇਗੀ ਸਰਕਾਰ ਨੂੰ। ਦੂਜਾ ਉਹਨਾਂ ਨੇ ਆਖਿਆ ਜੀ 13 ਨੂੰ ਆ ਰਹੀ ਹੈ ਲੋਹੜੀ ਤੇ 14 ਨੂੰ ਮਾਘੀ। ਇਸ ਵਾਰੀ ਅਸੀਂ ਲੋਹੜੀ ਨਹੀਂ ਬਾਲਾਂਗੇ, ਅਸੀਂ ਲੋਹੜੀ ਦੇ ਥਾਂ ਦੇ ਉੱਤੇ ਉਸ ਲੋਹੜੀ ਵਾਲੀ ਅੱਗ ਦੇ ਵਿੱਚ ਭਾਰਤ ਸਰਕਾਰ ਦੇ ਬਣਾਏ ਕਾਨੂੰਨਾਂ ਦੀਆਂ ਕਾਪੀਆਂ ਸਾੜਾਂਗੇ ਜੀ। ਅਜੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਸ ਕਾਨੂੰਨ ਦੀ ਕਾਪੀ ਪਾੜੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਖਿਲਾਫ ਮਤਾ ਪੇਸ਼ ਕੀਤਾ ਤੇ ਪੰਜਾਬ ਦੀ ਵਿਧਾਨ ਸਭਾ ਦੇ ਕਾਂਗਰਸੀ, ਆਮ ਆਦਮੀ ਪਾਰਟੀ, ਅਕਾਲੀ ਦਲ, ਲੋਕ ਇਨਸਾਫ ਪਾਰਟੀ ਸਾਰੇ ਮੈਂਬਰਾਂ ਨੇ ਰਲ ਕੇ ਤੇ ਸਰਬਸੰਮਤੀ ਨਾਲ ਪਾਸ ਕੀਤਾ ਸੀ। ਅਜੇ ਤਾਂ ਕੇਰਲਾ ਦੀ ਅਸੈਂਬਲੀ ਦੇ ਵਿੱਚ ਕਾਂਗਰਸੀ, ਕਮਿਊਨਿਸਟ
ਸਾਰੀਆਂ ਪਾਰਟੀਆਂ ਨੇ ਰਲ ਕੇ ਮਤਾ ਪਾਸ ਕੀਤਾ ਤੇ ਭਾਜਪਾ ਦਾ ਇੱਕੋ ਇੱਕ ਵਿਧਾਇਕ ਉੱਥੇ ਆ, ਉਹਨੂੰ ਵੀ ਸਪੋਰਟ ਕਰਨਾ ਪਿਆ। ਪਰ ਹੁਣ ਨਵੀਂ ਗੱਲ ਇਹ ਹੋਵੇਗੀ ਕਿ ਸੜਕਾਂ ਦੇ ਉੱਤੇ ਆ ਕੇ ਧੂਣੀਆਂ ਬਲ ਕੇ ਅੱਗ ਬਲ ਕੇ ਸਾਰੇ ਦੇਸ਼ ਵਿੱਚ ਥਾਂ ਥਾਂ ਭਾਰਤ ਸਰਕਾਰ ਦੇ ਬਣਾਏ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਲੁੱਟ ਜਿੱਦਾਂ ਬਾਲੀ ਜਾਓਗੇ। ਉਹਦੇ ਤੋਂ ਬਾਅਦ 18 ਜਨਵਰੀ ਨੂੰ ਉਹ ਕਹਿੰਦੇ ਆ ਅਸੀਂ ਮਹਿਲਾ ਕਿਸਾਨ ਦਿਵਸ ਮਨਾਵਾਂਗੇ, ਜਿਹਦੇ ਵਿੱਚ ਅਸੀਂ ਇਹ ਦੱਸਾਂਗੇ ਕਿ ਬੀਬੀ ਮਹਿੰਦਰ ਕੌਰ ਵਰਗੀਆਂ ਕਿੰਨੀਆਂ ਕਿਸਾਨ ਔਰਤਾਂ ਜਿਹੜੀਆਂ ਖੇਤਾਂ 'ਚ ਖੱਪ ਮਰਦੀਆਂ, ਮਿਹਨਤ ਕਰਦੀਆਂ ਪਈਆਂ, ਤੁਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਪਏ। ਤੁਹਾਡੇ ਚੇਲੇ ਤੇ ਚੇਲੀਆਂ ਉੱਠ ਕੇ ਉਹਨਾਂ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ। ਕੋਈ ਉਹਨੂੰ 100 ਰੁਪਏ 'ਤੇ ਆਈ ਸ਼ਾਹੀਨ ਬਾਗ ਦੀ ਦਾਦੀ ਦੱਸਦਾ, ਕੋਈ ਪਿਕਨਿਕ ਮਨਾਉਣ ਦੀਆਂ ਗੱਲਾਂ ਕਰਦਾ। ਇਹ ਸਾਰੇ ਮੁੱਦਿਆਂ ਨੂੰ ਲੈ ਕੇ 18 ਜਨਵਰੀ ਨੂੰ ਉਹ ਕਹਿੰਦੇ ਅਸੀਂ ਮਹਿਲਾ ਕਿਸਾਨ ਦਿਵਸ ਮਨਾਵਾਂਗੇ। ਉਸ ਤੋਂ ਬਾਅਦ 23 ਜਨਵਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਦਿਨ। ਉਸ ਦਿਨ ਉਹ ਕਹਿੰਦੇ ਆ ਕਿ ਅਸੀਂ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਵਾਂਗੇ, ਕਿਉਂਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਆਜ਼ਾਦ ਹਿੰਦ ਫੌਜ ਬਣਾਈ ਸੀ। ਉਹ ਕਹਿੰਦੇ ਆਜ਼ਾਦੀ ਦੀ ਲਹਿਰ 'ਚ ਕਿਸਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ। ਅਸੀਂ ਉਹਦੇ ਦਿਨ ਦੇ ਉੱਤੇ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਵਾਂਗੇ। ਔਰ ਉਸ ਆਜ਼ਾਦ ਹਿੰਦ ਕਿਸਾਨ ਦਿਵਸ ਦੇ ਮੌਕੇ ਉਹ ਕਹਿੰਦੇ ਜੀ ਭਾਰਤ ਸਰਕਾਰ ਦੇ ਜਿੰਨੇ ਵੀ ਸੂਬਿਆਂ ਦੇ ਵਿੱਚ ਗਵਰਨਰ ਬੈਠੇ ਆ, ਉਹ ਗਵਰਨਰ ਭਾਰਤ ਸਰਕਾਰ ਲਾਉਂਦੀ ਹੈ ਜੀ। ਉਹ ਕਹਿੰਦੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਅਸੀਂ ਕੁਝ ਨਹੀਂ ਆਖਣਾ, ਕਾਂਗਰਸੀ ਹੋਣ, ਭਾਜਪਾ ਦੇ ਹੋਣ, ਕਿਸੇ ਦੇ ਹੋਣ, ਲੱਗੇ ਰਹਿਣ। ਉਹ ਕਹਿੰਦੇ ਜਿੰਨਿਆਂ ਥਾਵਾਂ 'ਤੇ ਉੱਥੇ ਗਵਰਨਰ ਨੇ, ਲੈਫਟੀਨੈਂਟ ਗਵਰਨਰ ਨੇ, ਉਹਨਾਂ ਦੀਆਂ ਕੋਠੀਆਂ ਜਿਹਨਾਂ ਨੂੰ ਰਾਜ ਭਵਨ ਕਿਹਾ ਜਾਂਦਾ, ਉਹਨਾਂ ਸਾਰੀਆਂ ਕੋਠੀਆਂ ਦੇ ਅੱਗੇ ਜਾ ਕੇ ਤੇ ਧਰਨੇ ਮਾਰੇ ਜਾਣਗੇ। ਇਸ ਗੱਲ ਦਾ ਪ੍ਰੋਟੈਸਟ ਉੱਥੇ ਕੀਤਾ ਜਾਵੇਗਾ। ਆਖਰੀ ਗੱਲ ਇਹ ਕਿ 26 ਜਨਵਰੀ ਨੂੰ ਭਾਰਤ ਦਾ ਰਿਪਬਲਿਕ ਡੇ ਹੁੰਦਾ ਜੀ। ਉਸ ਦਿਨ ਰਾਜ ਪਥ ਜਿਹੜਾ ਉੱਥੇ ਬਹੁਤ ਵੱਡੀ ਸ਼ਾਨਦਾਰ ਪਰੇਡ ਨਿਕਲਦੀ ਆ, ਟੈਂਕ ਜਾਂਦੇ ਆ, ਤੋਪਾਂ ਫੌਜਾਂ ਪਰੇਡ ਕਰਦੀਆਂ, ਮਿਜ਼ਾਈਲਾਂ ਵਿਖਾਈਆਂ ਜਾਂਦੀਆਂ, ਰਾਕਟ ਦਿਖਾਏ ਜਾਂਦੇ ਆ, ਏਅਰਫੋਰਸ ਦੇ ਜਹਾਜ਼ ਤੇ ਹੈਲੀਕਾਪਟਰ ਉੱਪਰ ਮਾਰਚ ਕਰਦੇ ਨੇ, ਉਡਾਰੀ ਲਿਆਉਂਦੇ ਨੇ। ਉਹ ਕਹਿੰਦੇ ਇਸ ਵਾਰੀ ਨਵੀਂ ਗੱਲ ਇਹ ਹੋਵੇਗੀ ਕਿ ਅਸੀਂ ਕਿਸਾਨਾਂ ਦੇ ਟਰੈਕਟਰਾਂ ਦੀ ਗਣਤੰਤਰ ਦਿਵਸ ਪਰੇਡ ਬਣਾਵਾਂਗੇ। ਉਹ ਜਿਹੜੀ ਕਿਸਾਨਾਂ ਦਾ ਗਣਤੰਤਰ ਦਿਵਸ ਆ, ਜਿਹੜੀ ਇਹਨਾਂ ਦੀ ਪਰੇਡ ਆ ਜੀ, ਉਹ ਪਰੇਡ ਕਿਸ ਤਰ੍ਹਾਂ ਦੀ ਹੋਵੇਗੀ ਅਜੇ ਉਹਦੀ ਰੂਪ ਰੇਖਾ ਸਾਰੀ ਉਹਨਾਂ ਨੇ ਨਹੀਂ ਦੱਸੀ। ਪਰ ਜਿਹੜੀ ਦੱਸਣ ਵਾਲੀ ਗੱਲ ਆ ਉਹ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਹਿਤੀ ਹੈ। ਉਹ ਇਹ ਕਿ ਹੁਣ ਤੱਕ ਅਸੀਂ ਬਹੁਤ ਵਧੇਜ ਰੱਖਿਆ, ਅਸੀਂ ਦਿੱਲੀ 'ਚ ਦਾਖਲ ਨਹੀਂ ਹੋਏ, ਪਰ 26 ਜਨਵਰੀ ਆਉਣ ਦਿਓ। ਜੇ ਸਰਕਾਰ ਨੇ ਉਸ ਦਿਨ ਤੱਕ ਸਾਡਾ ਕੋਈ ਮਸਲਾ ਹੱਲ ਨਾ ਕੀਤਾ, ਅਸੀਂ 26 ਜਨਵਰੀ ਨੂੰ ਦਿੱਲੀ 'ਚ ਦਾਖਲ ਹੋਵਾਂਗੇ ਜੀ। ਆਹ ਜਿਹੜੀ ਗੱਲ ਉਹਨਾਂ ਨੇ ਕਹਿਤੀ ਹੈ ਕਿ 26 ਨੂੰ ਅਸੀਂ ਦਿੱਲੀ 'ਚ ਦਾਖਲ ਹੋਵਾਂਗੇ, ਇਹ ਗੱਲ ਆਪਣੇ ਆਪ 'ਚ ਬਹੁਤ ਵੱਡੀ ਹੈ। ਸਰਕਾਰ ਨੂੰ ਇਸ ਤੋਂ ਬਾਅਦ ਸੋਚਣਾ ਪਊਗਾ, ਜਿਹੜਾ ਹੁਣ ਤੱਕ ਲਾਰਿਆਂ ਨਾਲ ਵਕਤ ਸਾਰਦੀ ਰਹੀ ਹੈ, ਗੱਲੀ ਬਾਤੀ ਡੰਗ ਟਪਾਉਂਦੀ ਰਹੀ ਹੈ, ਇੱਥੇ ਜਾ ਕੇ ਹੁਣ ਨਵੇੜੇ ਦੀ ਘੜੀ ਆ ਗਈ ਹੈ, ਜਿਹਦੇ ਤੋਂ ਅੱਗੇ ਸਮਾਂ ਮੰਗਿਆ ਨਹੀਂ ਜਾ ਸਕਦਾ, ਟਪਾਇਆ ਨਹੀਂ ਜਾ ਸਕਦਾ। ਇੱਧਰ ਜਾਂ ਉੱਧਰ ਕਿਸੇ ਪਾਸੇ ਲੱਗਣਾ ਪਿਆ। ਪਰ ਸਭ ਇਹ ਸਾਰੇ ਕੁਛ ਇੱਕ ਜਿਹੜਾ ਉਹ ਕੇਸ ਸੀਗਾ ਸੁਪਰੀਮ ਕੋਰਟ ਦੇ ਵਿੱਚ ਗਿਆ, ਜਿੱਥੇ ਜੱਜ ਸਾਹਿਬ ਨੇ ਉਦੋਂ ਕਹਿ ਦਿੱਤਾ ਸੀ ਕਿ ਵੀ ਕਿਉਂਕਿ ਕੋਰਟ ਦੇ ਵਿੱਚ ਛੁੱਟੀਆਂ ਨੇ ਤੇ ਜਿਹੜਾ ਵਕੇਸ਼ਨ ਬੈਂਚ ਹੈ ਜੀ ਉਹ ਇਹ ਸਾਰੇ ਕੁਛ ਨੂੰ ਦੇਖੂਗਾ, ਸੁਣੂਗਾ। ਕਿਸਾਨਾਂ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਜਿਹੜੇ ਆਪਣੇ ਵਕੀਲ ਨੇ ਜੀ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਸਾਨੂੰ ਦੱਸ ਦਿਓ। ਉਹ ਮੁੜ ਕੇ ਗੱਲ ਸਾਹਮਣੇ ਨਹੀਂ ਆਈ ਕੁਛ ਵੀ। ਉਹ ਉਸ ਐਂਗਲ ਨੂੰ ਕਿਵੇਂ ਦੇਖਦੇ? ਦੇਖੋ, ਉਹ ਐਂਗਲ ਆਪਣੀ ਥਾਂ 'ਤੇ ਚੱਲਦਾ ਰਹੇਗਾ। ਕਿਸਾਨਾਂ ਦਾ ਮੁੱਦਾ ਉੱਥੇ ਕੋਰਟ ਵਿੱਚ ਗਿਆ ਵਾ, ਕੋਈ ਇੱਕ ਜਥੇਬੰਦੀ ਭਾਨੂ ਪ੍ਰਤਾਪ ਵਾਲੀ ਉੱਥੇ ਲੈ ਗਈ ਆ, ਬਾਕੀ ਕਿਸਾਨ ਜਥੇਬੰਦੀਆਂ ਤਾਂ ਉੱਥੇ ਗਈਆਂ ਨਹੀਂ। ਜਦੋਂ ਭਾਨੂ ਪ੍ਰਤਾਪ ਦੀ ਜਿਹੜੀ ਜਥੇਬੰਦੀ ਹੈ ਸੁਪਰੀਮ ਕੋਰਟ ਚਲੀ ਗਈ, ਉਹਦੇ ਬਾਅਦ ਵੀ ਕਿਸਾਨਾਂ ਦੀ ਲੀਡਰਸ਼ਿਪ ਨੇ 2 ਹਰਫਾ ਫੈਸਲਾ ਕਰਕੇ ਆਖਿਆ ਸੀ ਇਹ ਮਾਮਲਾ ਸਿਆਸੀ ਹੈ, ਦੇਸ਼ ਦੀ ਸਿਆਸੀ ਸਰਕਾਰ ਦੇਸ਼ ਦੇ ਕਿਸਾਨਾਂ ਦਾ ਘਾਤ ਕਰਨ 'ਤੇ ਤੁੱਲੀ ਹੈ। ਜੋ ਫੈਸਲਾ ਕਰਨਾ ਸਰਕਾਰ ਕਰੇਗੀ, ਅਸੀਂ ਕਰਾਂਗੇ। ਸਰਕਾਰ ਸਾਡੇ ਨਾਲ 2 ਟੁਕ ਨਿਬੇੜਾ ਕਰੇ, ਅਸੀਂ ਅਦਾਲਤ ਤੋਂ ਫੈਸਲਾ ਨਹੀਂ ਕਰਾਉਣਾ। ਉਹਦਾ ਕਾਰਨ ਕੀ ਹੈ? ਪਿਛਲੇ 3 ਸਾਲਾਂ 'ਚ 4 ਸਾਲਾਂ 'ਚ ਇਸ ਤਰ੍ਹਾਂ ਦੇ ਕੁਝ ਮਾਮਲੇ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚ ਵੇਖਿਆ ਗਿਆ ਕਿ ਅਦਾਲਤਾਂ ਕਿਸੇ ਨਾ ਕਿਸੇ ਤਰ੍ਹਾਂ ਇਹੋ ਜਿਹਾ ਫੈਸਲਾ ਦਿੰਦੀਆਂ ਜਿਨ੍ਹਾਂ ਤੋਂ ਲੋਕਾਂ ਵਿੱਚ ਪ੍ਰਭਾਵ ਪੈਂਦਾ ਕਿ ਅਦਾਲਤਾਂ ਦਬਾਅ ਹੇਠ ਕੰਮ ਕਰਦੀਆਂ। ਕਿਸਾਨਾਂ ਦੀ ਲੀਡਰਸ਼ਿਪ ਨੇ ਆਖਿਆ ਵੀ ਹੈ ਕਿ ਅਦਾਲਤਾਂ ਸਿਆਸੀ ਦਬਾਅ ਹੇਠ ਕੰਮ ਕਰਨ ਲੱਗ ਪਈਆਂ, ਸਰਕਾਰ ਦੇ ਦਬਾਅ ਹੇਠ ਕੰਮ ਕਰਦੀਆਂ। ਜਸਟਿਸ ਰੰਜਨ ਗੋਗੋਈ ਨਾਲੋਂ ਸਰਕਾਰ ਦੇ ਖਿਲਾਫ ਵੱਧ ਸਖਤ ਸਟੈਂਡ ਲੈਣ ਵਾਲਾ ਤਾਂ ਕੋਈ ਨਹੀਂ ਸੀ ਜੀ। ਉਹਨੇ ਇੱਕ ਮੌਕੇ 3 ਹੋਰ ਜੱਜਾਂ ਨੂੰ ਨਾਲ ਲੈ ਕੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਹੀ ਕਰਤੀ ਸੀ, ਅੱਜ ਤੱਕ ਕਦੇ ਇਤਿਹਾਸ 'ਚ ਹੋਈ ਨਹੀਂ ਸੀ ਜੀ। ਉਹਦੀ ਉਸ ਪ੍ਰੈਸ ਕਾਨਫਰੰਸ ਤੋਂ ਰੌਲਾ ਬਹੁਤ ਪਿਆ ਸੀ। ਫਿਰ ਕਹਿੰਦੇ ਸੀ ਉਹਨੂੰ ਚੀਫ ਜਸਟਿਸ ਨਹੀਂ ਬਣਾਉਣਾ, ਉਹ ਵੀ ਬਣਾ ਦਿੱਤਾ। ਉਦੋਂ ਵੀ ਉਹ ਸਖਤ ਸਟੈਂਡ ਲੈਂਦਾ ਰਿਹਾ। ਜਦੋਂ ਆਖਰੀ 3 ਮਹੀਨੇ ਰਹਿ ਗਏ ਤੇ ਉਹਨੇ ਰਿਟਾਇਰ ਹੋਣਾ ਸੀ, ਉਦੋਂ ਇਹ ਚਰਚਾ ਚੱਲਣ ਲੱਗ ਪਈ ਕਿ ਇਹਦੀ ਫਲਾਣੀ ਗੱਲ ਵੀ। ਇਹ ਤਾਂ ਇੱਦਾਂ ਜਿਵੇਂ ਸਰਕਾਰ ਦੇ ਦਬਾਅ ਥੱਲੇ ਹੁੰਦਾ। ਕਿਸੇ ਨੇ ਖੁੱਲ੍ਹ ਕੇ ਨਹੀਂ ਵੀ ਸੀ ਆਖਿਆ, ਪਰ ਜਦੋਂ ਰਿਟਾਇਰ ਹੋ ਗਿਆ ਤੇ ਰਿਟਾਇਰ ਹੁੰਦੇ ਸਾਰੀ ਭਾਰਤ ਸਰਕਾਰ ਨੇ ਉਹਨੂੰ ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਉਦੋਂ ਪਤਾ ਲੱਗਾ ਕਿ ਸੌਦਾ ਤਾਂ ਅੰਦਰ ਖਾਤੇ ਕੋਈ ਨਾ ਕੋਈ ਗੱਲਬਾਤ ਕਿਸੇ ਪਾਸੇ ਹੋਈ ਹੋ ਸਕਦੀ ਹੈ, ਨਹੀਂ ਤਾਂ ਐਡੀ ਛੇਤੀ ਆਉਂਦੇ ਨੂੰ ਪਾਰਲੀਮੈਂਟ ਦੇ ਵਿੱਚ ਨਾਮੀਨੇਟ ਕਿੱਦਾਂ ਕਰ ਦਿੱਤਾ ਗਿਆ।
ਤੇ ਉਹਨੇ ਅਖੀਰਲੇ ਦਿਨਾਂ ਜਾ ਕੇ ਇੰਨਾ ਸਖਤ ਸਟੈਂਡ ਲੈਣ ਵਾਲੇ ਜੱਜ ਨੇ ਅਚਾਨਕ ਆਪਣਾ ਸਟੈਂਡ ਨਰਮ ਕਿਉਂ ਕਰ ਦਿੱਤਾ। ਹੁਣ ਉਹਦੇ ਤੋਂ ਬਾਅਦ ਇਹ ਕਿਸਾਨਾਂ ਦੀ ਲੀਡਰਸ਼ਿਪ ਦੇ ਮਨ 'ਚ ਹੈ ਕਿ ਜੇ ਉਹ ਇਸ ਤਰ੍ਹਾਂ ਕਰ ਸਕਦਾ, ਕੋਈ ਹੋਰ ਵੀ ਕਰ ਸਕਦਾ। ਇਹ ਸਾਰੇ ਕੁਝ ਨੂੰ ਧਿਆਨ 'ਚ ਰੱਖਦਿਆਂ ਕਿਸਾਨ ਲੀਡਰਸ਼ਿਪ ਨੇ ਸਾਫ਼ ਸ਼ਬਦਾਂ 'ਚ ਆਖਿਆ ਮਸਲਾ ਸਿਆਸੀ ਹੈ। ਇਹ ਸਿਆਸੀ ਤੌਰ 'ਤੇ ਚੁਣੀ ਹੋਈ ਸਰਕਾਰ ਲੋਕਾਂ ਦੀ ਜਿਹੜੀ ਆ ਉਹਨੇ ਇਹ ਫੈਸਲੇ ਕੀਤੇ ਆ। ਅਸੀਂ ਸਿਆਸੀ ਸਰਕਾਰ ਨਾਲ ਸਿਆਸੀ ਪੱਧਰ ਦੇ ਉੱਤੇ ਸੰਘਰਸ਼ ਦੇ ਨਾਲ ਉੱਥੇ ਨਿਬੇੜਾ ਕਰਾਂਗੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਸਾਡੇ ਇਸ ਮਾਮਲੇ ਨੂੰ ਅਦਾਲਤਾਂ ਨਿਬੇੜਨ। ਅਸੀਂ ਅਦਾਲਤ ਦਾ ਕੀਤਾ ਫੈਸਲਾ ਚਾਹੁੰਦੇ ਹੀ ਨਹੀਂ। ਜੇ ਕਿਸਾਨ ਨਹੀਂ ਚਾਹੁੰਦੇ, ਇੱਕ ਤਰਫਾ ਤੌਰ 'ਤੇ ਸਰਕਾਰ ਉੱਥੋਂ ਫੈਸਲਾ ਕਿੱਦਾਂ ਕਰਾ ਸਕਦੀ ਹੈ? ਬਿਲਕੁਲ ਫਰਜ਼ ਕਰੋ ਕੱਲ੍ਹ ਨੂੰ ਅਦਾਲਤ ਤੋਂ ਕੋਈ ਫੈਸਲਾ ਲੈ ਵੀ ਲੈਂਦੇ ਆ, ਅੱਗੋਂ ਕਿਸਾਨ ਨਾ ਮੰਨਣ, ਲੋਕਾਂ ਨੂੰ ਬਦੋ ਵੀ ਥੋੜ੍ਹਾ ਮਨਾਇਆ ਜਾ ਸਕਦਾ। ਉਹਦੇ ਉੱਤੇ ਫਿਰ ਸੰਘਰਸ਼ ਛਿੜ ਸਕਦਾ। ਅੱਗੇ ਵੀ ਇਹੋ ਜਿਹੇ ਕਈ ਮੁੱਦੇ ਉੱਠਦੇ ਰਹੇ, ਜਿਹੜੇ ਮੁੱਦਿਆਂ ਦੇ ਉੱਤੇ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਵਾਸਤੇ ਅਰਜ਼ੀਆਂ ਇਸ ਕਰਕੇ ਗਈਆਂ ਕਿਉਂਕਿ ਲੋਕ ਉਹ ਮੁੱਦਾ ਮੰਨਣ ਨੂੰ ਤਿਆਰ ਨਹੀਂ ਸਨ। ਤੇ ਜੇ ਕੱਲ੍ਹ ਨੂੰ ਇਹੋ ਜਿਹਾ ਮੁੱਦਾ ਫਿਰ ਉੱਥੇ ਜਾ ਕੇ ਫਸ ਗਿਆ, ਫਿਰ ਲੋਕਾਂ ਨੇ ਸਰਕਾਰ ਨੂੰ ਮਜਬੂਰ ਕੀਤਾ ਕਿ ਮੁੜ ਵਿਚਾਰ ਦੀ ਅਰਜ਼ੀ ਦਿਓ। ਫਿਰ ਮੁੜ ਵਿਚਾਰ ਦੀ ਅਰਜ਼ੀ ਦੇ ਦੌਰਾਨ ਇਹ ਚਰਚਾ ਚੱਲ ਪਈ ਕਿ ਅਦਾਲਤਾਂ ਸਰਕਾਰ ਦੇ ਦਬਾਅ ਹੇਠ ਕੰਮ ਕਰਦੀਆਂ। ਫਿਰ ਪੱਲੇ ਕੀ ਰਹਿ ਜਾਏਗਾ? ਉਹਦੇ ਵਾਸਤੇ ਤਾਂ ਬਿਹਤਰ ਇੱਕੋ ਹੀ ਹੈ ਕਿ ਸਰਕਾਰ ਹੁਣ 4 ਤਰੀਕ ਦੀ ਮੀਟਿੰਗ ਗੱਲ ਕਿਸੇ ਪਾਸੇ ਲਾਵੇ, ਨਹੀਂ 4 'ਚ ਲੱਗਦੀ ਤੇ 5 ਨੂੰ ਲਾ ਦੇ। ਜੇ ਉਹ ਵੀ ਨਾ ਕੀਤਾ ਤੇ 6 ਤਰੀਕ ਨੂੰ ਕੁੰਡਲੀ, ਮਾਨੇਸਰ, ਪਲਵਲ ਤੋਂ ਉਹ ਜਿਹੜੀ ਖੇਡ ਹੋਣੀ ਆ, ਉਹ 26 ਤਰੀਕ ਨੂੰ ਗਣਤੰਤਰ ਦਿਵਸ, ਕਿਸਾਨ ਗਣਤੰਤਰ ਦਿਵਸ ਪਰੇਡ ਤੱਕ ਜਾ ਸਕਦੀ ਹੈ। ਇਹ ਉਹਨਾਂ ਦੇ ਸੰਘਰਸ਼ ਦੀ ਸਿਖਰ ਹੋਊਗੀ ਜਿਸ ਦਿਨ ਉਹ ਸਾਰੇ ਨਾਕੇ ਤੋੜ ਕੇ ਦਿੱਲੀ 'ਚ ਵੜਨ ਦਾ ਐਲਾਨ ਕਰੀ ਬੈਠਿਆ। ਜੀ ਪੰਨੂ ਸਾਹਿਬ, ਤੁਸੀਂ ਆਏ, ਸਮਾਂ ਕੱਢਿਆ ਜੀ, ਬੜਾ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਆਸ ਕਰਦੇ ਹਾਂ ਕਿ ਇਹਨਾਂ ਗੱਲਾਂ ਬਾਤਾਂ ਤੋਂ ਕਾਫੀ ਕੁਝ ਤੁਸੀਂ ਕਲੀਅਰ ਸਮਝਿਆ ਹੋਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਹੁੰਦਾ, ਪ੍ਰਾਈਮ ਏਸ਼ੀਆ TV ਤੁਹਾਨੂੰ ਪਲ ਪਲ ਦੀ ਰਿਪੋਰਟ ਦਿੰਦਾ ਰਹਿੰਦਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।